ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। हम मैले तुम उजल करते, हम निर्गुण तू दाता। हम मूर्ख तुम चतुर सियाने, तू सर्व कला का ज्ञाता। माधव हम ऐसे तू ऐसा, हम पापी तुम पाप खंडन। नीको ठाकुर देसा, दंडौत बंदन अनेक बार। सर्व कला समरथ, डोलन ते राखो प्रभु। नानक दे कर हथ। वाहिगुरु जी का खालसा, वाहिगुरु जी की फतेह। भाई साहब ने जो शब्द मैं आके सरवण कीते, वो अमृत बचन असी सुन रहे सां। पूता माता की आसीस। दूसरा शब्द पढ़िया, गोपाल तेरा आरता। जो जन तुमरी भगत करन ते तिनके काज सवारता। उस तो अगे शब्द पढ़िया, सतगुर होए दयाल ता सरधा पूरी है। हुणे आप जी ने सरवण कीता, जा तू मेरे वल है तां क्या मोह छंदा। असी ये बचन सरवण कीते। थोड़ियां जिहियां बेनतियां मैं आप नूं आरंभ विच, उंज वैसे जिथे भी कथा करन जावां मैं दो गल्लां हर थां कहना, भावें घर है भावें गुरुद्वारा है। गुरमुखो, जिन्नी मर्जी तुसी तलीम हासिल कर लो, डॉक्टर बनो, इंजीनियर बनो, बड़े तो वड्डा बिजनेस तुहाडे कोल होवे, पर यह गल चेते रखियो, घर विचों गुरमुखी ते पंजाबी नहीं कदी निकलन देनी। गुरमुखी तो बिना गुरु ग्रंथ साहिब का शुद्ध पाठ नहीं हो सकना। अंग्रेजी तर्जमे मिलते ने गुटके। उस तो इलावा सारी जिंदगी घट्टो घट एक सहज पाठ आप कर लईए कि जिस गुरु नूं असीं रोज़ मत्था टेकने, इस गुरु विच लिखिया की है। परिवार ने सहज पाठ किया। मेरे मन च बैठे आया, जदों भाई साहब दस रहे सन, वीर जी ने, दलवीर सिंह जी होनी भी, कि देखो असीं रोज़ अरदास करने ना जी, हुणे भाई साहब जी भी करनगे। ते जदों पहला पदा अरदास दा संपूर्ण हुंदा है ना, उत्थे ध्यान किहदा धरिया जांदा है। असीं पढ़ने प्रथम भगौती सिमर कै गुरु नानक लई ध्याए, फिर अंगद गुर ते अमरदास रामदास हुई सहाय। अर्जन हर गोबिंद नो सिमरों श्री हर राय। श्री हर कृष्ण ध्याइए, जिस डिठै सब दुख जाए। तेग बहादुर सिमरे घर नौ निध आवे धाए। सब थाई होए सहाय। आप सब ने बोलिया। इस विच की है, ये जिहड़े शब्द आपां पढ़े ने मेरे नाल आप जी ने, ये गुरु गोबिंद सिंह जी दे उचारण कीते होए आ।
फिर सुनियो, प्रथम भगौती सिमर कै गुरु नानक लई ਧਿਆਏ। ਪਹਿਲਾਂ ਧਿਆਉਣ ਦੀ ਗੱਲ ਕੀਤੀ, ਮੈਂ ਧਿਆਉਂਦਾ ਹਾਂ ਆਦਿ ਗੁਰੂ ਨਾਨਕ ਸਾਹਿਬ ਨੂੰ। ਉਸ ਤੋਂ ਬਾਅਦ ਸਹਾਇਤਾ ਕੌਣ ਕਰ ਰਿਹਾ? ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ, ਉਹਨਾਂ ਦੀ ਸਹਾਇਤਾ। 3 ਪਾਤਸ਼ਾਹੀਆਂ ਹੋ ਗਈਆਂ। ਪਹਿਲੇ ਪਾਤਸ਼ਾਹ 4 ਹੋ ਗਈਆਂ ਜੀ। ਫਿਰ ਅਰਜਨ ਹਰ ਗੋਬਿੰਦ ਨੂੰ ਸਿਮਰੋਂ ਮੈਂ ਸਿਮਰਨਾ ਹਾਂ। ਇਹਨਾਂ ਤਿੰਨਾਂ ਨੂੰ ਸਿਮਰ ਰਿਹਾ ਹਾਂ। ਅਰਜਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਉਸ ਤੋਂ ਬਾਅਦ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ। ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਨੂੰ ਮੈਂ ਧਿਆ ਰਿਹਾ। ਜਿਸ ਡਿਠੈ ਸਭ ਦੁੱਖ ਜਾਏ। ਦੇਖਿਓ, ਪਹਿਲਾਂ ਹੈ ਧਿਆਏ, ਫਿਰ ਸਹਾਏ, ਉਸ ਤੋਂ ਬਾਅਦ ਸਿਮਰੋਂ, ਫਿਰ 2 ਸ਼ਬਦ ਨੇ ਧਿਆਈਐ ਅਤੇ ਡਿਠੇ। ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਲਈ 2 ਸ਼ਬਦ ਵਰਤੇ ਆ, ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਫਿਰ ਮਹਾਰਾਜ ਜੀ ਨੇ ਫਰਮਾਇਆ ਤੇਗ ਬਹਾਦਰ ਸਿਮਰੇ। ਕੁਝ ਪਾਠ ਪੁਰਾਣੇ ਸਨ ਸਿਮਰੀਐ। ਤੇਗ ਬਹਾਦਰ ਸਿਮਰੇ ਘਰ 9 ਨਿਧ ਆਵੈ ਧਾਏ। ਅੱਗੇ ਜੀ ਸਭ ਥਾਈ ਹੋਏ ਸਹਾਏ। ਅਗਲੀ ਬੇਨਤੀ ਸੁਣੋ। ਅਗਲੇ ਜਿਹੜੇ ਸ਼ਬਦ ਨੇ ਇਹ ਬਾਣੀ ਰੂਪ ਨਹੀਂ ਸਨ। ਜਦੋਂ ਪੰਥ ਨੇ ਅਰਦਾਸ ਬਣਾਈ ਤੇ ਇਸ ਦੀ ਤੁਕਾਂਤ ਜਿਹੜਾ ਇਹ ਤੋਕੇ ਦੇ ਨਾਲ ਮਿਲ ਜਾਏ, ਪੰਥ ਨੇ ਅਗਲਾ ਸ਼ਬਦ ਰੱਖਿਆ ਜੀ 10ਵੇਂ ਪਾਤਸ਼ਾਹ। ਉਂਝ ਮਰਿਆਦਾ 'ਚ ਜਿਹੜੀ ਪਾਠ ਕਰਦੇ 10ਵਾਂ ਪਾਤਸ਼ਾਹ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਯਾਦ ਰੱਖੋ, ਸਿੰਘ ਸਾਹਿਬ ਜੀ ਇਹ ਲਫ਼ਜ਼ ਸੁਣਨ ਵਾਲਾ ਹੈ। ਸਿੰਘ ਸਾਹਿਬ ਸਿੰਘਾਂ ਦਾ ਮਾਲਕ ਜਿਹੜਾ ਹੈ। ਇਹ ਅੱਜ ਸ਼ਬਦ ਅਸੀਂ ਗ੍ਰੰਥੀ ਸਾਹਿਬ ਲਈ ਵਰਤਨੇ, ਤੁਹਾਡੇ ਦਿੱਲੀ ਵਰਤਦੇ ਆ। ਸਿੰਘਾਂ ਦਾ ਮਾਲਕ ਕੌਣ ਹੈ? ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਇਹ ਸ਼ਬਦ ਅਸਲੀਅਤ ਵੇ ਪੰਥ ਨੇ ਸ਼ਾਮਲ ਕੀਤੇ। ਉਸ ਤੋਂ ਬਾਅਦ ਅਗਲਾ ਸ਼ਬਦ ਪੰਥ ਨੇ ਰੱਖਿਆ ਕਿ 10 ਪਾਤਸ਼ਾਹੀਆਂ ਦੀ ਜੋਤ ਕੀ ਜੀ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਯਾਦ ਰੱਖਿਓ, ਸ਼ਬਦ ਜੋਤ ਵਰਤਿਆ, ਜੁਗਤ ਨਹੀਂ ਵਰਤਿਆ। ਜੋਤ ਤੇ ਜੁਗਤ 2 ਸ਼ਬਦ ਨੇ। ਜਦੋਂ ਸਤਿਗੁਰੂ ਇਕੱਲੇ ਸਰੀਰ 'ਚ ਵਰਤਦੇ ਸਨ ਉਦੋਂ ਜੋਤ ਤੇ ਜੁਗਤ ਉਹ ਸਰੀਰ 'ਚ ਵਰਤਦੀ ਸੀ। ਜੇ ਗੁਰੂ ਅੰਗਦ ਸਾਹਿਬ ਗੁਰੂ ਬਣਿਆ, ਜੋਤ ਦਾ ਅਰਥ ਰੂਹਾਨੀ ਉਹ ਦਾਤ ਜਿਹੜੀ ਆਪ ਹਰੀ ਕੀ ਜੋਤ ਹੈ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਤੇ ਜੁਗਤ ਦਾ ਅਰਥ ਹੁੰਦਾ ਜ਼ਿੰਦਗੀ ਜੀਣ ਦਾ ਤਰੀਕਾ ਦੱਸਣਾ, ਵੀ ਤੁਸੀਂ ਇਸ ਤਰ੍ਹਾਂ ਜੀਣਾ ਹੈ। ਉਸ ਵਕਤ ਇੱਥੇ ਜੋਤ ਕਿਹਾ ਹੈ ਕਿਉਂਕਿ ਜੁਗਤ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਨੇ 5 ਪਿਆਰਿਆਂ ਨੂੰ ਬਖਸ਼ ਦਿੱਤੀ ਹੈ। ਹਾਲਾਂਕਿ ਪਹਿਲਾਂ ਇੱਕ ਹੀ ਚੱਲਦੀ ਹੈ, ਜੋ ਤੋਹਾ ਜੁਗਤ ਸਹਿ ਸਹਿ ਕਾਇਆ ਫੇਰ ਪਲਟੀ ਹੈ। ਪਰ ਇੱਥੇ ਸ਼ਬਦ ਹੈ 10 ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਿਛਲੇ ਦਿਨੀ ਇੰਡੀਆ ਸੀ ਜੀ, ਇੱਕ ਜਗ੍ਹਾ ਇਹਨਾਂ ਨੇ ਪਾਠ ਦੀ ਕਥਾ ਕਰਨੀ ਹੈ। ਮੇਰੇ ਮਨ 'ਚ ਆਇਆ ਇੱਥੇ ਇਹ ਕਿਉਂ ਨਾ ਲਿਖ ਦਿੱਤਾ ਬਾਣੀ ਸਾਰੀ ਗਾਈ ਕੀਰਤਨ 'ਚ ਹੈ ਨਾ ਜੀ, ਵਾਰਤਕ ਤੇ ਹੈ ਹੀ ਨਹੀਂ ਬਾਣੀ। ਤੁਸੀਂ ਪਾਠ ਕਰਦੇ ਹੋ, ਗੁਰਦੇਵ ਜੀ ਨੇ 31 ਰਾਗ ਵਰਤੇ, ਉਪ ਰਾਗ ਕਿੰਨੇ ਵਰਤੇ, ਵਾਰਾਂ ਦੀ ਵਰਤੋਂ ਕੀਤੀ। ਸਲੋਕ ਜਿਹੜੇ ਨੇ ਉਹ ਵੀ ਕਾਵਿਕ ਨੇ, ਗਾਏ ਜਾਂਦੇ ਆ। ਸਾਰੀ ਬਾਣੀ ਜਿਹੜੀ ਉਹ ਗਾਇਨ ਹੋ ਸਕਦੀ ਹੈ। ਪਰ ਇਹ ਨਹੀਂ ਕਿ ਕੀਰਤਨ ਦਾ ਧਿਆਨ ਧਰੋ। ਹਾਲਾਂਕਿ ਕੀਰਤਨ ਦੀ ਮਹਾਨਤਾ ਹੈ, ਇਦੋਂ ਵੱਡਾ ਕਰਮ ਕੋਈ ਨਹੀਂ। ਇਹ ਨਹੀਂ ਸ਼ਬਦ ਵਰਤਿਆ ਕਥਾ ਦਾ ਧਿਆਨ ਧਰੋ, ਨਹੀਂ ਪਿਆਰਿਓ। ਮੂਲ ਗੱਲ ਕਹਿ ਦਿੱਤੀ ਅਰਦਾਸ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਅਗਰ ਪਾਠ ਕਰਨਾ ਆਉਂਦਾ ਹੈ ਤੇ ਕੀਰਤਨ ਕਰੇਗਾ, ਜੇ ਪਾਠ ਕਰਨਾ ਆਉਂਦਾ ਹੈ ਤੇ ਕਥਾ ਕਰੇਗਾ। ਵੇਖੋ ਸ਼ਬਦ ਬੜਾ ਗਹਿਰਾ ਪਾਇਆ ਹੈ। ਇਹ ਨਹੀਂ ਕਿਹਾ ਕੀਰਤਨ, ਕਿਉਂਕਿ ਪਾਠ ਕਰੇਗਾ ਸ਼ੁੱਧ ਤਾਂ ਹੀ ਤਾਂ ਸ਼ੁੱਧ ਕੀਰਤਨ ਕਰੇਗਾ ਨਾ, ਉਚਾਰਨ ਤਾਂ ਹੋਣਾ। ਜੇ ਪਾਠ ਕਰੇਗਾ ਤੇ ਗੁਰਮੁਖੋ ਤਾਂ ਹੀ ਉਹਨੇ ਕਥਾ ਕਰਨੀ ਹੈ। ਇੱਥੇ ਸ਼ਬਦ ਵਰਤਿਆ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਤੇ ਦੀਦਾਰ ਸ਼ਬਦ ਵਰਤਿਆ। ਇੱਥੇ ਦਰਸ਼ਨ ਦੀਦਾਰ ਨਹੀਂ ਵਰਤਿਆ, ਇਹਦੇ ਵਿੱਚ ਵੀ ਰਮਜ਼ ਪਾ ਦਿੱਤੀ। ਆਪਾਂ ਆਮ ਤੌਰ ਤੇ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਨਾ, ਦਰਸ਼ਨ ਸ਼ਬਦ ਸੰਸਕ੍ਰਿਤ ਦਾ ਹੈ, ਦੀਦਾਰ ਸ਼ਬਦ ਪਰਸ਼ੀਅਨ ਦਾ ਹੈ। ਉੱਥੇ ਪਾਠ ਦੀਦਾਰ ਦਾ ਧਿਆਨ ਕਰਕੇ ਇਹ ਵੀ ਗੱਲ ਪੂਰੀ ਮੁਕੰਮਲ ਸਾਫ਼ ਕਰ ਦਿੱਤੀ ਭਾਈ, ਜੋ ਗੁਰੂ ग्रंथ साहिब का पाठ करेगा वो गुरु ग्रंथ साहिब का दीदार करेगा।
ਉੱਥੇ ਸ਼ਬਦ ਪਾਠ ਦੀਦਾਰ ਰੱਖਿਆ ਹੈ। ਮੈਂ ਤਾਂ ਬੇਨਤੀ ਕੀਤੀ, ਪਰਿਵਾਰ ਨੇ ਇਹ ਆਪ ਸਹਿਜ ਪਾਠ ਕੀਤਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ। ਉਸ ਤੋਂ ਬਾਅਦ ਭਾਈ ਸਾਹਿਬ ਜਿਹੜੇ ਸ਼ਬਦ ਪੜ੍ਹ ਰਹੇ ਸਨ, ਮੈਂ ਉਹਦੇ ਵਿੱਚੋਂ, ਕਿਉਂਕਿ ਪ੍ਰਕਰਨ ਵੱਖਰੇ ਵੱਖਰੇ ਸਨ, ਅਸੀਸ ਦਾ ਸੀ, ਉਹਦੇ ਸ਼ੁਕਰਾਨੇ ਦਾ ਸੀ, ਖਾਸ ਕਰਕੇ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਅਸੀਂ ਬਚਨ ਪੜ੍ਹ ਰਹੇ ਸਾਂ। ਉਂਝ ਮੈਂ ਆਪ ਨੂੰ ਬੇਨਤੀ ਕਰਾਂ, ਸ਼ੁਕਰਾਨਾ ਕਹੋ, ਧੰਨਵਾਦ ਕਹੋ, ਕਰਤਿਗ ਕਹੋ, ਉਂਝ ਵੈਸੇ ਸਾਡੀ ਜ਼ਬਾਨ ਤੇ ਸਾਰਿਆਂ ਦੀ ਚੜ੍ਹਿਆ ਹੈ। ਤੁਸੀਂ ਦੇਖੋ ਸਾਰੇ ਸ਼ਬਦ ਥੈਂਕ ਯੂ, ਥੈਂਕਸ, ਥੈਂਕ ਯੂ, ਥੈਂਕਸ, ਇਹ ਕੀ ਸ਼ਬਦ ਹੈ? ਇਹ ਸ਼ਬਦ ਹੈ ਕਿਸੇ ਦੀ ਕੀਤੀ ਕੋਈ ਹੈਲਪ ਤੋਂ ਬਾਅਦ ਉਹਦਾ ਧੰਨਵਾਦ ਕਰ ਦੇਣਾ। ਇਹਦਾ ਮਤਲਬ ਮੰਨ ਲੈਣਾ ਵੀ ਜੋ ਤੂੰ ਕੀਤਾ ਮੈਂ ਤੇਰਾ ਉਹਦੇ ਪ੍ਰਤੀ ਆਭਾਰੀ ਹਾਂ, ਮੈਂ ਤੇਰਾ ਦੇਣਦਾਰ ਹਾਂ। ਅਸੀਂ ਰੋਜ਼ ਕਹਿੰਦੇ ਹਾਂ, ਤੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਸ਼ੁਕਰਾਨਾ ਉਹ ਹੈ ਕਿ ਜੋ ਪ੍ਰਮਾਤਮਾ ਵਰਤਾਏ। ਫਿਰ ਇਸ ਨੂੰ ਸੁਣਿਓ, ਸ਼ੁਕਰਾਨੇ ਦਾ ਅਰਥ ਆਪਾਂ ਸੁੱਖ ਨਾਲ ਵੀ ਜੋੜਨੇ ਆ ਨਾ ਜੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਰੂਹਾਨੀ ਅਵਸਥਾ ਇੱਕ ਹੈ। ਭਾਈ ਸਾਹਿਬ ਗੁਰਦਾਸ ਜੀ, ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਜੋ ਕਰਤਾ ਪੁਰਖ ਕਰੇ ਉਸ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਸ਼ੁਕਰਾਨਾ ਕਰੇ। ਦੋ ਗੱਲਾਂ ਕਰਨੀਆਂ ਸਿਰਫ ਤੁਹਾਡੇ ਨਾਲ। ਇੱਕ ਤਾਂ ਜਦੋਂ ਸਤਿਗੁਰੂ ਹੋਏ ਦਇਆਲ ਤਾਂ ਸਰਦਾ ਪੂਰੀ ਹੈ, ਬੜੇ ਸਰਲ ਸ਼ਬਦ ਨੇ ਜੀ। ਇਹਦਾ ਲਫ਼ਜ਼ੀ ਅਰਥ ਬੜਾ ਸੌਖਾ ਹੈ, ਪੰਜਾਬੀ ਦੀਆਂ ਸਤਰਾਂ। ਸਤਿਗੁਰੂ ਦਿਆਲੂ ਹੋ ਜਾਏ। ਸ਼ਰਧਾ ਦਾ ਅਰਥ ਭਾਵਨੀ ਵੀ ਕਹੇ ਤੇ ਸ਼ਰਧਾ ਦਾ ਅਰਥ ਤੇ ਸਦਰ ਹੈ। ਸਦਰ ਦਾ ਅਰਥ ਇੱਛਾ। ਜੋ ਮੇਰੀ ਸਦਰ ਸੀ, ਜੋ ਮੇਰੀ ਇੱਛਾ ਹੈ, ਸਤਿਗੁਰੂ ਦਿਆਲ ਹੋਵੇ ਤੇ ਮਨ ਦੀਆਂ ਸਦਰਾਂ ਪੂਰੀਆਂ ਹੋ ਜਾਂਦੀਆਂ। ਫਿਰ ਬੇਨਤੀ, ਕਿਉਂਕਿ ਦਿਆਲਤਾ ਸ਼ਰਧਾ ਤੋਂ ਬਿਨਾਂ ਮਿਲਦੀ ਨਹੀਂ। ਮੈਂ ਅੱਜ ਜਦੋਂ ਭਾਈ ਸਾਹਿਬ ਪੜ੍ਹ ਰਹੇ, ਸਤਿਗੁਰੂ ਹੋਏ ਦਿਆਲ ਤਾਂ ਸਰਦਾ ਪੂਰੀ ਹੈ। ਜਿਹੜੀ ਮਨ ਦੀ ਸਦਰ ਸੀ, ਮਨ ਦੀ ਇੱਛਾ ਸੀ, ਉਹ ਮੇਰੀ ਸ਼ਰਧਾ ਪੂਰੀ ਕਰ ਦਿੱਤੀ ਗੁਰੂ ਨੇ। ਅੱਗੇ ਜੀ ਕੀ ਕੀਤੀ ਪੂਰੀ? ਸਤਿਗੁਰੂ ਹੋਏ ਦਇਆਲ ਨਾ ਕਬਹੂ ਚੋਰੀਐ। ਝੋਰਾ ਬੜੀ ਭੈੜੀ ਚੀਜ਼ ਹੈ ਸੱਚੀ। ਅੱਜ ਤਕਰੀਬਨ ਇਸ ਇੰਨੇ ਬਿਜੀ ਸੰਸਾਰ ਵਿੱਚ ਤੁਸੀਂ ਹਰ ਘਰ ਦੇ ਵਿੱਚ ਕੋਈ ਨਾ ਕੋਈ ਦੇਖੋਗੇ ਜਿਹੜਾ ਚਿੰਤਾਤੁਰ ਹੋਇਆ ਦਿਸੇਗਾ, ਪਰੇਸ਼ਾਨ ਹੋਵੇਗਾ, ਡਿਪਰੈਸ਼ਨ 'ਚ ਹੋਵੇਗਾ। ਗੁਰੂ ਸਾਹਿਬ ਕਹਿੰਦੇ ਇੱਕ ਤਾਂ ਮੇਰੀ ਸਰਧਾ ਪੂਰੀ ਕੀਤੀ, ਦੂਜੀ ਮੈਨੂੰ ਸ਼ਬਦ ਨੇ ਇੰਨੀ ਵੱਡੀ ਥੰਮੀ ਦੇ ਦਿੱਤੀ, ਮੇਰੇ ਅੰਦਰ ਦਾ ਜਿਹੜਾ ਸਹਿਸਾ ਸੀ, ਤੋਖਲਾ ਸੀ, ਚਿੰਤਾ ਸੀ, ਝੋਰਾ ਸੀ ਨਾ, ਮੇਰੇ ਸਤਿਗੁਰੂ ਦੇ ਸ਼ਬਦ ਨੇ ਸਾਰੇ ਚਿੰਤਾ ਝੋਰੇ ਵੀ ਦੂਰ ਕਰ ਦਿੱਤੇ। ਫਿਰ ਬੇਨਤੀ, ਸਤਿਗੁਰੂ ਹੋਏ ਦਇਆਲ ਤਾਂ ਸਰਧਾ ਪੂਰੀ ਹੈ। ਸਤਿਗੁਰੂ ਹੋਏ ਦਇਆਲ ਨਾ ਕਬਹੂ ਝੂਰੀਐ। ਮਹਾਰਾਜ ਕਹਿੰਦੇ ਨੇ ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਬਖਸ਼ਿਸ਼ ਕੀਤੀ ਸਤਿਗੁਰਾਂ ਨੇ। ਹੁਣ ਇੱਥੇ ਨਹੀਂ ਕਿਹਾ ਦੁੱਖ ਨਹੀਂ ਆਉਂਦਾ, ਲਫ਼ਜ਼ ਬੜਾ ਡੂੰਘਾ ਹੈ। ਦੁੱਖ ਨਾ ਜਾਣੀਐ। ਸਤਿਗੁਰੂ ਦਿਆਲੂ ਹੋਵੇ। ਜਦੋਂ ਇਨਸਾਨ ਤੇ ਦੁੱਖ ਹੁੰਦਾ ਹੈ, ਸੱਚ ਇਹ ਵੀ ਉਹ ਦੁੱਖ ਨੂੰ ਦੁੱਖ ਕਰਕੇ ਜਾਣਦਾ ਹੀ ਨਹੀਂ, ਉਹ ਦੁੱਖ ਨੂੰ ਵੀ ਰੱਬ ਦਾ ਸੁੱਖ ਜਾਣ ਕੇ ਝੋਲੀ 'ਚ ਪਾ ਲੈਂਦਾ ਹੈ। ਫਿਰ ਬੇਨਤੀ ਸੁਣਿਓ, ਮੈਂ ਰਿਪੀਟ ਕਰ ਲੱਗਾ, ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਇਹ ਉਹ ਅਵਸਥਾ ਕੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ ਨਾ ਜਾਣੀਏ ਨਾ। ਸਤਿਗੁਰੂ ਹੋਏ ਦਇਆਲ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਜਾਣੇ। ਸੁਖ ਸਨੇ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਦੁੱਖ ਨੂੰ ਦੁੱਖ ਨਹੀਂ ਜਾਣਦਾ। ਇਹ ਬੜੀ ਵੱਡੀ ਅਵਸਥਾ ਹੈ ਜੀ, ਕਿਉਂਕਿ ਦੁੱਖ ਅੰਦਰੋਂ ਸੁੱਖ ਨੂੰ ਜਨਮ ਦਿੰਦਾ ਹੈ। ਭਾਵੇਂ ਸਾਡਾ ਪ੍ਰਸੰਗ ਸਾਰਾ ਪਰਿਵਾਰ ਦਾ ਰੱਬ ਨੇ ਸੁੱਖ ਦਿੱਤਾ, ਪਰ ਇਸ ਗੱਲ ਨੂੰ ਕਦੀ ਭੁੱਲੀਏ ਨਾ, ਜਿਸ ਬੰਦੇ ਨੇ ਜ਼ਿੰਦਗੀ 'ਚ ਦੁੱਖ ਦੀ ਚੀਜ਼ ਹੰਢਾਈ ਏ, ਉਹ ਦੂਜੇ ਦੀ ਚੀਜ਼ ਨੂੰ ਮਹਿਸੂਸ ਕਰਦਾ ਹੈ। ਜਿਸ ਬੰਦੇ ਨੇ ਦੁੱਖ ਨਹੀਂ ਹੰਢਾਇਆ, ਦੂਜੇ ਦੇ ਦੁੱਖ ਦਾ ਮਜ਼ਾਕ ਉਡਾਉਂਦਾ ਹੈ। ਜਿਹਨੇ ਦੁੱਖ ਹੰਢਾਇਆ ਉਹਨੂੰ ਪਤਾ ਹੈ, ਉਹ ਕਦੀ ਮਜ਼ਾਕ ਨਹੀਂ ਉਡਾਏਗਾ। ਇੱਕ ਸ਼ਬਦ ਬਚਨ ਰੋਜ਼ ਪੜਿਆ ਜਾਂਦਾ, ਆਸਾ ਕੀ ਵਾਰ, ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਤਾਮ ਨਾ ਹੋਈ। ਇਹ ਸ਼ਬਦ 3 ਵਾਰੀ ਆ ਗਿਆ ਜੀ, ਦੁੱਖ ਸੁਖ ਜਾਂ ਸੁਖ। ਇਸ ਦੇ ਅਰਥ ਕੀ ਹੋ ਗਏ? ਦਾਰੂ ਦਾ ਲਫ਼ਜ਼ੀ ਅਰਥ ਦਵਾਈ। ਦੁੱਖ ਦਾਰੂ, ਦੁੱਖ ਆਇਆ ਤੇ ਦੁੱਖ ਦਵਾਈ ਬਣ ਗਿਆ। ਅੱਗੇ ਜੀ ਸੁਖ ਰੋਗ ਭਇਆ, ਸੁਖ ਬਿਮਾਰੀ ਨੂੰ ਜਨਮ ਦੇ ਗਿਆ।
जा सुख, जदों उस दुख दारू विचों सकून मिलिया, जिहड़ा आत्मक सुख मिलिया, हुण दुख कदी व्याप ही नहीं सकता। फिर मैं इहदे अर्थ करांगा जी, दुख दारू आप जी कहोगे जी ये किवें सुख बन गया। गुरु नानक साहब ने जिस दिन हरदास वैद नूं उपदेश दिता, कहन लगे वैद जी दुख जहर हुंदा है, दुख संख्याक हुंदा है, दुख पॉइजन है, पर जे चंगा वैद सप दे जहर नूं इकट्ठियां करके विच जड़ियां बूटियां पा के उहनूं मार के कुछ तां करदा है, वो जहर भी लोकां नूं बचा जांदा है, दवाई बन गया ना। महाराज कहंदे दुख दारू सुख रोग भया, दुख इलाज बन गया, सुख ही बीमारी बनता है। जा सुख, जदों दुख तो बाद आत्मक सुख होया, फिर महाराज कहते उत्थे दुख कदी व्यापदा नहीं। महाराज ने तो शब्द वरत्या दुख ना जानिए, सतगुरु होए दयाल तां सरदा पूरी है, सतगुरु होए दयाल ना कबू झूरी है, सतगुरु होए दयाल तां दुख ना जानिए। क्यों ना जानिए? क्योंकि सतगुरु होए दयाल तां हर रंग माणिए। रंग दा लफ्जी अर्थ दो है जी बाणी च। एक तो रंग का अर्थ होंगे जिहड़ा आपां कलर कहने हैं ना, नीला काला पीला, है ना। इत्थे रंग का अर्थ प्रेम है, क्योंकि गुरबाणी च रंग शब्द वासना लिए भी आया, तो रंग शब्द नाम लिए भी आया, तो रंग शब्द कलर लिए भी आया। धन जोबन दो वैरी होए, जिन्नी रखे रंग लाए, उत्थे रंग का अर्थ वासना। तो जो असी पाठ करने जाको हर रंग लागो इस युग में, सो कईयत है सोरा, उत्थे रंग का अर्थ प्रेम। इत्थे गुरु जी कहते ने जदों हरि दे रंग नूं परमात्मा के प्रेम च जीव आत्मा उहदा सिमरन कर लग पई, फिर गुरमुखो दुख ना जानिए, क्योंकि हर रंग तो बिना दुख तंग करता है। फिर बिनती सतगुरु होए दयाल तां दुख न जानिए, सतगुरु होए दयाल तां हर रंग मानिए, सतगुरु होए दयाल तां जम का डर के हा। एक एक स्टैप जी किते चलो ना जी, इस शब्द ते इसने सतगुरु दे दयालता ने अभेदता विच लैके जाना है। पहला सतगुरु दयालु होए, मन दियां सरदा पूरी हो गई सारी इच्छा। सतगुरु दयालु होए, अंदर दा झोरा मुक गया, ये जिउंदे जी दी खेड है। सतगुरु दयालु होए, दुख दुख नहीं व्यापदा। सतगुरु दयालु होए ते परमात्मा दे प्रेम च भिज गए। फिर जदों ओहदे प्रेम च भिज गए, सारे लोग मौत तो तरिंदे आ। गुरु दयालु हो जाए तो मौत का डर मुक जाता है। सतगुरु होए दयाल तां जम का डर के आ, कादा जम दा डर। सतगुरु होए दयाल तां सद की सुख देहा। सदीव काली देह नूं सुख मिल गया। अगे जी फिर कित्थे गए? सतगुरु होए दयाल तां नव निध पाई गए। उंज नौ निधां जिहड़ियां ने एकाग्रता नाल जुड़ी कोई जिहड़ी अवस्था है, उन्हां नूं प्राप्त हुंदियां ने। पर गुरबाणी विच नौ निधां किहड़ियां ने? हुण असीं गुरु तेग बहादुर जी बड़े पढ़िया, घर नौ निधां आवे ताए गुरमुखो, जिस नूं नाम मिल जाए उहदे घर नौ निधां आ जांदियां। नौ निध अमृत प्रभ का नाम देही मैं इसका विश्राम। सतगुरु होए दयाल तां नौ निध पाईए, ते महाराज कहते सतगुरु होए दयाल तां सच समाईए। सच दा अर्थ परमात्मा। जे गुरु दयालु हो जाए तो बंदा सच्चे परमात्मा विच समा जाता है। अगली गल, इहदा मतलब फिर सतगुरु सदा दयालु ने? क्वेश्चन है ना, किवें दयाल होवेगा? मेरे मन च पटना साहब आया, गुरु साहब के पुरब ते गए गुरु गोबिंद सिंह जी ते। दयालता लई भावना होनी बहुत जरूरी है। गुरु ग्रंथ साहब च एक बचन है, सतगुरु सदा दयाल है भाई, विण भागा क्या पाई है। फिर बिनती, वो कदी ऐसा समा नहीं जदों दयालु नहीं। धुप है साडे कोला सामने, तो जे आप परदा कर देंगे तो कहांगे धुप जदों आएगी, फिर धुप दरवाजे के बिल्कुल सामने दहलीज आई पई है, जदों दरवाजा खोलांगे धुप अंदर भी आ जाएगी। फिर बिनती सुनियो, सतगुरु सदा दयाल कै भाई, विण भागा क्या पाई है। पंजाबी दे सतरां ने, एक नदर कर वेखै सब ऊपर। एक नदर नाल गुरु वेखदा है। हुण अगली तोके, जेहा भाओ तेहा फल पाइए। तेरी भावना की है, जो तेरी भावना है। सच एवे दयालु सतगुरु तेरी भावना नूं भाग लांदा है। जे भावना मैं दुख ना आवे ओनू भाग लगा, जे भावना मैनू मौत दा भय मुक जाए तां
ਉੱਥੇ ਮੈਂ ਇੱਕ ਬੇਨਤੀ ਕੀਤੀ, ਜਿਹੜੇ ਪਟਨਾ ਸਾਹਿਬ ਗਏ ਆ ਦਰਸ਼ਨ ਕੀਤੇ, ਉਹਨਾਂ ਨੂੰ ਗੱਲ ਬੜੀ ਛੇਤੀ ਸਮਝ ਪੈ ਜਾਣੀ, ਕਿਉਂਕਿ ਜਿਹੜੀ ਚੀਜ਼ ਵੇਖੀ ਹੋਵੇ ਨਾ ਉਹਨੂੰ ਸਮਝਣਾ ਬੜਾ ਸੌਖਾ ਹੋ ਜਾਂਦਾ ਹੈ। ਆਪ ਜੀ ਪਟਨਾ ਸਾਹਿਬ ਤਖਤ ਜਾਂਦੇ ਹੋ, ਤੇ ਤਖਤ ਦਾ ਅਸਲੀ ਨਾਮ ਹੈ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ। ਮੈਂ ਕਈ ਵਾਰੀ ਬੇਨਤੀ ਕੀਤੀ ਉਹਦੇ ਲਈ ਕਦੀ ਹਰਮੰਦਰ ਸਾਹਿਬ ਸ਼ਬਦ ਨਹੀਂ ਵਰਤਦੇ, ਉਹ ਹਰਮੰਦਰ ਜੀ ਹੈ। हाँ पटना साहिब है, क्योंकि उनते गवर्नमेंट ने भी ना रख दिता जंक्शन पटना साहिब। तख्त श्री हरमंदर जी पटना साहिब। जे हरमंदर साहिब बोलोगे इक्को दम ध्यान अमृतसर वाल चले जाना है। ये दो शब्दों का वेरवा जरूर रखिए कि तख्त श्री हरमंदर जी पटना साहिब। आपने दर्शन किए, तख्त दरम्यान है। इस तख्त के खब्बी बाई खब्बे पासे ते सज्जे पासे गुरु गोबिंद सिंह दे दो गुरुद्वारे आ। अपना विषय ये जी सतगुरु की दयालता भावना की है। मैं किस ढंग नाल जाने। एक गुरुद्वारा है कंगन घाट, हाँ जी, पंडित शिवदत्त वाला, गंगा के किनारे। हुण गंगा दूर चली गई, उतों पानी घट गया। दूजा गुरुद्वारा है, उन्होंने असीं बाल लीला कहने, फतेह चंद मैणी का। तुसीं पढ़े लिखे हो, मैं तां बेनती कर लगा। गुरु गोबिंद सिंह जी दे बाल उम्र विच 3 तरह के बंदे आए, 2 तां मजहबां दे आए वखरे वखरे दे। एक हिस्टरी नूं हर विद्वान कोट करदा है भावना वाला। फिर मैं अर्ज करांगा, आम तौर पर बाल वरेश छड़ जांदे, नहीं जी महाराज उत्थे जन्म होया उस तो अगे गए। सब तो पहली गल कि गुरदेव का आगमन पटना साहिब हो रहा है, ते पंजाब च बैठा फकीर अज सवेर की नमाज चढ़दे नूं कर रहा। पहला कदी हिस्टरी नहीं भी भीखन शाह कितने मिले। भीखन शाह का पिंड जिहड़ा पता तुहानूं सियाणा सजदा है, वो उत्थे इन्हां दा जन्म होया सियाणा सजदा। इस तों बाद डस के कुड़ाम, उदों कुड़ाम सन। गुरु गोबिंद सिंह हजूर का आगमन पटने हो रहा है, तो इत्थे पंजाब च बैठा दरवेश चढ़दे नूं सजदे कर रहा है। तो जे उन्होंने सवाल मुरीद करते हैं जी चढ़दे नूं क्यों सजदे, अपनी तो शरह कहती है कि पश्चिम वाले पासे, वो कहता है पश्चिम वाले पासे अल्लाह का घर है, चढ़दे वाले पासे अल्लाह का नूर आ गया है। पर इस गल का पता तो किसी को नहीं ना। मैं फिर बेनती करा, भावना शब्द नूं समझण लई मैं हिस्टरी लई है, उं तो सीधा कह सकते भावना। हुण वो बंदा जदों चलिया है, उन्हें अपने किसी मुरीद नूं नहीं दस्सिया भी मैं मन च किहड़ा सवाल लैके चलिया। उन्हें किसी नाल गल नहीं की। वो तुर पिया, कुजियां उन्हें लिया, कुजियां दसियां भी नहीं किसी नूं। वो पटना साहिब जा पहुंचिया। जदों आप जी तख्त जाते हो, जिहड़ा मेन बाजार है उहदे विच एक बड़ी पुरानी मस्जिद है, ते पटना साहिब दे पुराने वसनीक कहंदे ने भीखन शाह ने इत्थे आके डेरा कीता सी। वो चला गया, किसी नूं नहीं दस्सिया, किसी नाल गल नहीं शेयर की, सिर्फ वो बह गया मैं जी दर्शन करने। इसका मतलब 2.5-3 महीने लगे होणगे उन्होंने जांदियां भी। उन्हें कहा मैं दर्शन करने आ, उन्हें अन्न पानी कुछ नहीं लिया जी, बिल्कुल बंदा डट के बह गया दरवेश। अखीर ते जदों फैसला होया भी अज तुहानूं दर्शन कराए जाणगे अमृत वेले, उन्हें उदों भी किसी नूं दस्सिया नहीं भी मैं कुछ पुछण आया वां, किसी ने दस्सिया। उहदी भावना अंदर दी ए सी जिहड़ी बाद विच प्रगट होई। उन्हें कुजियां पानी दी दुध दी कहिंदियां, कई मठियाई दियां कहिंदियां ने। मुकदी गल कि उहदा सवाल सी भी अज 2 गल्लां ने, कि हिंदू है एक मुसलमान है, ते सदियां च आपस च खह खह के धर्म के नां ते, शरह के नां ते, नेम के नां ते मेरा अंदर कहंदा जिहड़ा ये आया है, जिन्हें मैनूं धूप आई, ये हिंदू का पक्ष लएगा कि मुसलमान का लएगा। पर देखो दी भावना ये है, दस्या नहीं किसी नूं, मुरीदां नहीं दस्या। पर जदों उस बंदे ने दर्शन किए, उन्हें सामने दोनों कुजियां कर दित्तियां। भावना समझण वाले ने 5-6 महीनों दिन उन्हें कुजियां दे उत्ते हाथ रख दिते। ये साडा इतिहास कहता है। ध्यान नाल सुनियो, भीखन शाह की शरधा है कि ये दोनों मजहबां लई की है। तो सच्ची मुच्ची जे गुरु ग्रंथ गुरु गोबिंद सिंह जी की जाप साहिब की बाणी, चलो तुसी पाठ रोज़ करते हो ना, क्योंकि उस धरती ते अज भी प्रॉब्लम है भाषा के नाँ ते, बोली के नाँ ते। मैं बेनती कर दिया,
संस्कृत च वेद ने, उदों बाद लौकिक संस्कृत आ गई, उस तो बाद फिर संस्कृत बड़े पड़ावां च लंघी, पाली बनी, प्रकृत बनी, संस्कृत बनी, ਇਹਦੇ ਵਿੱਚੋਂ फिर पंजाबी निकली, देवनागरी निकली, मराठी निकली, बंगाली निकली। ये सारी जड़ तो उत्थे ही है ना। संस्कृत केवल कुरान अरबिक च तुहानूं पता है, तो वो अरबी जिहड़ी हज़रत मुहम्मद साहब दे वेले वरतींदी सी, अज वो बोल चाल च वो अरबी नहीं मिलेगी। गुरमुखो एक एक ही भाषा है ना, एक नरोल संस्कृत, दूजी नरोल अरबिक। पर जिस सतगुरु नूं तुसीं मत्था टेकदे हो ना, ਇਹਦੇ ਵਿੱਚ 15 ਭਾਸ਼ਾਵਾਂ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਕੀਤੀ ਗਈ ਹੈ, ਪਰ ਕਿਸੇ ਭਾਸ਼ਾ ਤੋਂ ਹੇਠ ਨਹੀਂ ਕੀਤੀ ਗਈ, ਕਿਸੇ ਭਾਸ਼ਾ ਤੋਂ ਨਫ਼ਰਤ ਨਹੀਂ ਕੀਤੀ ਗਈ। 15 ਭਾਸ਼ਾਵਾਂ ਨੂੰ ਗੁਰੂ ਗੋਬਿੰਦ ਸਿੰਘ ਜਦੋਂ ਪੜ੍ਹਦੇ ਆ ਜਾਪ ਸਾਹਿਬ, ਦੇਖੋ ਗੱਲ ਸੰਸਕ੍ਰਿਤ ਤੋਂ ਸ਼ੁਰੂ ਕਰਦੇ ਆ ਤੇ ਆਪਣੇ ਸ਼ੰਤ ਵਿੱਚ ਅਰਬੀ ਤੇ ਫਾਰਸੀ ਪੂਰਾ ਛੰਦਾਬੰਦੀ 'ਚ ਮਾਤਰਾ 'ਚ ਫਰਕ ਵੀ ਨਹੀਂ ਪੈਣ ਦਿੰਦੇ। खैर विशा नहीं मेरा इस घर च, क्योंकि केसर बत्तर देसा, केसर बत्तर भेसा, केसर बत्तर गौना, केसर बत्तर पौना, ये नरोल संस्कृत। ते इसे बचन पढ़द्या गनीमुल शिकस्ते, गरीबुल परस्ते, बुलंदुल मकाने, जमीनुल जमाने, अरबी ते फारसी नाल संस्कृत इकट्ठी कर दी। फिर एक होर बेनती सी, शब्द एक पढ़ने, समस्तुल निवास है, समस्त शब्द संस्कृत दा है, उल शब्द अरबी का है। गुरु ने दोनों इकट्ठे करके एक नवा शब्द दे दिता, समस्तुल। उसकी भावना से उन्हें देखा भी तसली हो गई। उन्हें किसी ने दसिया भी नहीं, जदों हजूर ने हाथ रखे दरवेश दी अखां चों शम शम करके नीर वरसिया, कहंदा जिहो जिहा मैं सोच के आया सा तेनों सिजदे कीते, मेरी भावना ओहो जी जो सी भाग लगा, हुण ध्यान दिया जे। इसे पटना साहब ये मुसलमान है, दूजा हिंदू बैठा है, पंडित शिवदत्त। भीखन शाह 5 वक्त का नमाजी है, बिल्कुल इस्लाम नूं, इस्लाम दे अकीदे नूं, शरा नूं समर्पित है। ते पंडित शिवदत्त जिहड़ा बिल्कुल वैष्णव मत अनुसार है, वो मूर्ति पूजदा है, वो तिलक भी लांदा है, वो अपने सामने पत्थर रख के सालग्राम रख के भोग लवांदा है, वेंदा वो भी रोज़ है। पर ओदी भावना फिर सुनियो, ये साडी सोचे का मतलब है नहीं कि गुरु गोबिंद सिंह ने कुजियां ते हत्थ रख दिते ते गुरु गोबिंद सिंह इन्ना कोई है। ये सवाल करने वाले की बिरती, ओदी अवस्था किन्ने कु है, उत्तर देने वाले का मतलब ये नहीं कि उन्होंने इन्ना कुछ आउंदा है। उन्हें दूजे ने कहा भी मैं तां मन्ना, खिच तू पाना मैनू रोज़, तेरा चेहरा मैनू प्रभावित करदा, तू मैनू बेचैन करना मेरी पूजा विच भी, जो मैं मिथ के ध्यान धरना विचों निकल जाता है, पर मैं तेनू तां मन्ना जिन्हों मैं पूजना उहदे रूप विच मैनू झलक दिखा दे। साडा इतिहास कहता है कि अमृत वेले वो रोज़ आके बहिंदा सी, ते एक दिन हजूर गए 4.5 साल की उम्र, दौड़ते हुए पंडित शिवदत्त दे पिछों जिवें बच्चे दौड़ के कमर ते मोढियां नूं हत्थ पाते हैं, मोढियां ते हत्थ पाया, गले नूं पकड़िया, धौण कोल ਇਹਦੇ ਕੰਨ ਵੱਲ ਮੂੰਹ ਕਰਕੇ ਕੋਈ ਸ਼ਬਦ ਕਿਹਾ, ਪੰਡਿਤ ਜੀ ਝਾਤ। ਕਹਿੰਦੇ ਪੰਡਿਤ ਨੇ ਅੱਖਾਂ ਖੋਲੀਆਂ, ਜਿਹਨੂੰ ਪੂਜਦਾ ਸੀ ਉਹਦੀਆਂ ਸਾਰੀਆਂ ਰਹਿਮਤਾਂ ਗੁਰੂ ਗੋਬਿੰਦ ਰਾਏ ਚੋਂ ਦਿਸ ਪਈਆਂ। ਉਹਨੇ ਉਸ ਦਿਨ ਪੂਜਾ ਕਰਨੀ ਛੱਡਤੀ ਮੂਰਤੀ ਦੀ। ਕਹਿਣ ਲੱਗ ਪਿਆ ਕਿ ਗੁਰੂ ਗੋਬਿੰਦ ਸਿੰਘ ਮੇਰਾ ਠਾਕੁਰ ਚੱਲਦਾ ਫਿਰਦਾ, ਮੈਂ ਲੱਕੜ ਦੀ, ਪੱਥਰ ਦੀ, ਮਿੱਟੀ ਦੀ ਮੂਰਤੀ ਨਹੀਂ ਪੂਜਦਾ। ਹੁਣ ਫਿਰ ਯਾਦ ਰੱਖਿਓ, ਇੱਕ ਕੁਜੀਆਂ ਲੈ ਕੇ ਉਹਦੀ ਭਾਵਨਾ ਵੱਖਰੀ ਹੈ, ਜਿਹੜਾ ਕਹਿੰਦਾ ਮੈਂ ਧਨਕ ਕਮਾਣ ਤੇ ਤੈਨੂੰ ਦੇਖਣਾ ਚਾਹਨਾ, ਉਹਦੀ ਭਾਵਨਾ ਵੱਖਰੀ ਹੈ। ਤੀਜੀ ਗੱਲ ਇੱਕ ਹੋਰ ਸੁਣਾਈ ਜਾਂਦੀ ਹੈ, ਕਿਉਂਕਿ ਆਪਾਂ ਇਸ ਦੀ ਸਿਰਫ ਤੱਤ ਗੱਲ ਲੈ ਰਹੇ ਹਾਂ। ਉਸੇ ਹੀ ਪੰਡਿਤ शिवदत्त ਦੇ ਕੋਲ ਉਸ ਪਟਨੇ ਦਾ ਇੱਕ ਰਾਜਾ, ਜਿਹਨੂੰ ਅਸੀਂ ਫਤਿਹ ਚੰਦ ਤੇ ਮੈਣੀ ਉਹਦੀ ਗੋਤ ਹੈ, ਉਹਦੀ ਜਿਹੜੀ ਘਰ ਵਾਲੀ ਹੈ ਉਹਦਾ ਨਾਮ ਅਸਲ 'ਚ ਜੋ ਉੱਥੇ ਲਿਖਿਆ ਬਿਸ਼ੰਪਰਾ ਦੇਵੀ ਸੀ। रब ने सब कुछ दिता है, किसी चीज़ की कमी नहीं, राज भाग पैसा, पर वो गुरु गोबिंद सिंह के घर नहीं आए। पहला कोई उन्होंने शरधा नहीं, वो पंडित शिवदत्त कोल गए आ, तो पंडित जी रोज़ ध्यान च बैठते सन। तो ध्यान बड़ी वड्डी चीज़ है, जिहड़ी गुरमुखो सिखां लई बहुत जरूरी है,
क्योंकि शब्द के ध्यान तो बिना अंदर रहमत नहीं वरत सकती। ध्यानी होना बहुत जरूरी है। उन याद रखियो, पाप भी कई बार ध्यान नाल कीता जांदा है। अब बगला जो ध्यान धरदा है पूरा एकागर हो जाता, वो अपनी सुरत नूं पाप वाले पासे लै गया ना। हुण वो रोज़ ध्यान च बहिंदे ने ते राजा ते राणी फतेह चंद मैणी ते राणी दोनों गए उदास सन। उन्हें दिन चढ़े नेत्र खोले, कहते आओ राजन किवें आए? कहन लगे पंडित जी परमात्मा ने सब कुछ दिता है पर घर संतान कोई नहीं, पुत्र धी कोई नहीं जी, किवें आए? कहन लगे ठाकुर जी कोल बेनती करोगा साडी। अगे वेख्या कुछ नहीं पिया, ना कोई मूर्ति ना कोई फुल, उसने बैठा ठाकुर जी नूं पूजा बेनती करो। पंडित जी बहुत गंभीर सन, बोले, कहन लगे मेरा ठाकुर बोलदा है, मेरा ठाकुर मेरे नाल खेडदा है, मेरा ठाकुर मेरे नाल हसदा है, मेरा ठाकुर जदों छूह दिंदा है ते अंदर दा भांडा रूहानियत नाल भर दिंदा है। किहड़े ठाकुर तो मंगण आयो, तुसी बाला प्रीतम नूं चेते करो। हुण ये गल याद रखियो, इस नुकते नूं सुणियो। उन्हां दी भावना पंडित ते है, विद्वान ते है, गुरु गोबिंद सिंह ते नहीं। पर उस बंदे ने यह नहीं कहा चलो मेरे नाल, आ गुरु गोबिंद राय जी का घर है नेड़े, माता गुजरी जी, माता नानकी जी ने, उन्होंने मामा जी ने, भाई दयाला जी जिन्होंने उबालिया गया देग च, वो उत्थे सन। उदों आपां तुहाडी गल कराने, उन्होंने बेनती करने। पंडित जी नूं पता है मंग हैगी पर शरधा कोई नहीं। मंग है, संतान चाहिए, पर इन्हां दी उन्हां प्रति शरधा कोई नहीं। एक चिणग ला दिती, राणी रोज़ ध्यान च बैठ के आवाज़ मार, तेनू दात जरूर मिलेगी। वो घर नहीं गए, गुरु गोबिंद सिंह दे घर नहीं गए, अपने घर चले गए। जदों तख्त साहिब ते कथा की, मेरे मन च आया भी तीन वखरियां वखरियां घटनावां ने। एक मुसलमान फकीर आ रहा है, दूजा बिल्कुल पंडित, विद्वान पंडित, आम पंडित नहीं, विद्वान पंडित है, सारे उहदे कोल चिन्ह ने, जनेऊ है। ते तीजा राजा आ रहा है। तिन्नां दी मंग वखरी वखरी है, पर पूरी करने वाला एको गुरु गोबिंद सिंह है। सब दी वखरी हो गई ना। उन्हें कहा जी घर चले जाओ। वो घर चले गए। बीबी रोज ध्यान च बहन लग पई। हुण खिच भी बन लग पई पुत्र दी, क्योंकि याद रखो जदों असी सकाम हो के भगती करने आ, ਜਿਹੜੀ कामना रख के शुरू करने आ, साडी भगती करदे वो कामना कई बारी चेते आउंदी है। जे मान लो मैं मान लो कह रहा कोई सुखमनी साहिब दे पाठ करदा, मेरी आ गल पूरी हो जाए, पाठ तो कर लूगा पर 5-6 बारी चेते आ जाएगा, इन्ने दिन हो गए पूरी हो जाएगी ना, क्योंकि वो कामना है ना विच। पर जदों कोई निष्कामी हो जाए तो रब घर आ जाता हुंदा है। वो सकाम भगती कर रहे हैं, तो कोई शक नहीं। हुण जे कहो जी ये नहीं मंगना चाहिए, भाई साहब ने हुणे पढ़िया भगत धन्ना जी का शब्द, गोपाल तेरा आरता, लफ्ज है आरत। आरत मीनस आजिज, मंगता। मैं तेरे दर दा मंगता हाँ, मैं लोड़वंद हाँ, पंजाबी च कह ली लोड़वंद। गोपाल तेरा आरता, जो जन तुमरी भगत करन ते तिनके का सवारता। दाल सीधा मांगू घिओ, तीन शब्द वरते ने। दाल सीधा दा लफ्जी अर्थ आटा, ते घिओ दा अर्थ घिओ। दाल सीधा मांगू घिओ, हमरा खुशी करे नित जियो। पनियां आ पैरां च पाउण वाली जुत्ती। शादन नीका, शादन दा अर्थ कपड़ा, पाटे नहीं, मैले नहीं, चंगे कपड़े चाहिए आ। देखो भगत दी मंग। ते मैं उत्थे भी गया कथा करके आया जिथे भगत जी दे खेत ने। ये कोटे तो भी जाता रस्ता, जयपुर तो भी। मैं ख्याल मैं 2 घराता रह के आया। वो सारे बिगे जड़े भगत जी के नाँ से बोलते अजे भी, किकर ने ते पिंड वाले नूं घट ही पता, पर जमीन सारी बोलती। खूह भी है भगत जी का। सवेरे अमृत वेले मैं मन किया भी मैं वाह परमात्मा, इत्थे किहड़ा कोई मंदिर सी, इत्थे किहड़ा कोई धार्मिक स्थान सी। एक हल वाहण वाला बंदा, मिट्टी नाल मिट्टी होए बंदे च भावना पैदा हुई, उन्हें रब नूं प्रगट कर दिता। हुण उत्थे शब्द वरतदे ने, पनियां पैरां जुत्ती, शादन नीका, चंगा कपड़ा, अनाज मांगू 7 सीका। एक तां सीका दा अर्थ करदे सतनाजा कई,
पर मेरा ख्याल जी ये अर्थ आ ਜਿਹੜੇ ਨਾ ਆਪਾਂ ਜਦੋਂ ਹਲ ਵਾਹੁੰਦੇ ਸਾਂ, ਇੱਕ ਵਾਰੀ ਹਲ ਵਾਹੁਣਾ ਕਹਿੰਦੇ ਸੀ ਲਾ ਦਿੱਤੀ, ਪਤਾ ਹੋਣਾ ਤੁਹਾਨੂੰ ਨਾ, 2 ਵਾਰੀ ਹਲ ਵਾਹੁੰਦੇ ਸਨ, 2 ਲਾ ਦਿੱਤੀ ਹੈ, ਸਾਡੇ ਬਾਹਰ ਚ ਕਹਿੰਦੇ 63 ਲਾ ਦਿੱਤੀ ਹੈ। ਉਦੋਂ ਬਾਅਦ ਫਿਰ ਸੀਆਂ ਗਿਣ ਲੱਗ ਪੈਂਦੇ ਨੇ, 4 ਸੀਆਂ ਲਾਤੀਆਂ, 5 ਲਾਤੀਆਂ, ਇੱਥੇ 7 ਸੀਕ ਆ, ਕਿਉਂਕਿ ਜਿੰਨੀਆਂ ਸੀਆਂ ਵੱਧ ਲੱਗੀਆਂ ਹੋਣ ਨਾ ਤੇ ਫਸਲ ਚੰਗੀ ਹੁੰਦੀ ਹੈ। ਕਹਿੰਦੇ ਉਸ ਪੈਲੀ ਦਾ ਖੇਤ 7-7 ਸੀਆਂ ਲਾ ਕੇ, ਐਵੇਂ ਨਹੀਂ ਕਿ ਨਿੱਕਾ ਦਾਣਾ ਹੋਵੇ, ਮਾੜੂ ਦਾਣਾ ਨਹੀਂ, ਪਨੀਆਂ ਛਾਦਨ ਨੀਕਾ ਅਨਾਜ ਮੰਗੂ 7 ਸੀਕਾ, ਗਊ ਭੈਂਸ ਮੰਗੂ ਲਵੇਰੀ। ਵੇਖੋ ਇਹ ਸ਼ਬਦ ਉਸ ਵੇਲੇ ਦੇ ਸਨ ਜੀ। ਇੱਕ ਲਵੇਰੀ ਹੁੰਦੀ ਸੀ, ਇੱਕ ਤੋਕੜ ਕਹਿੰਦੇ ਤੁਹਾਡੇ, ਸਾਡੇ ਫੰਡਰ ਵੀ ਕਹਿੰਦੇ ਹੁੰਦੇ ਜਿਹੜੀ ਦੁੱਧ ਨਹੀਂ ਸੀ ਦਿੰਦੀਆਂ। ਵੇਖੋ ਤੁਸੀਂ ਸ਼ਬਦ ਸੁਣਿਆ। ਮੈਂ ਕਈ ਵਾਰੀ ਸੋਚਣਾ ਰੌਲਾ ਤੇ ਅਸੀਂ ਪਾਉਂਦੇ ਹੋ ਪੰਜਾਬ ਨੂੰ ਭੁੱਲਿਓ ਨਾ ਉਹ ਵੇਖਿਓ ਏ, ਤੇ ਮੈਂ ਕਹਿੰਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਿਹਾ ਉਹਨੇ ਕਦੀ ਨਹੀਂ ਭੁੱਲਣਾ। ਹੁਣ ਲਵੇਰੀ ਵਾਸਤੇ ਤਾਂ ਪੰਜਾਬ ਜਾਣਾ ਹੀ ਪੈਣਾ ਵੀ ਲਵੇਰੀ ਕੀ ਹੁੰਦੀ, ਜਿਹੜੀ ਸੱਜਰ ਸੂਈ ਮੱਝ ਗਾਂ ਹੈ, ਲਵੇਰੀ ਕਹਿੰਦੇ ਆ। ਤੇ ਆਪਾਂ ਨੂੰ ਪਤਾ ਵੀ ਕਰਦੇ ਉਹਨਾਂ ਨੂੰ ਵੀ ਸਵਾਰਥੀ ਹੈ ਨਾ ਬੰਦਾ। ਜਿੰਨੀ ਦੇਰ ਤੱਕ ਤਾਂ ਲਵੇਰੀ ਦੁੱਧ ਦਿੰਦੀ ਸੀ ਤੇ ਉਹਦੀ ਖੁਰਲੀ ਵੱਖਰੀ, ਜਿੱਦਣ ਉਹ ਤੋਕੜ ਹੋ ਗਈ ਜਾਂ ਭੱਜ ਗਈ ਤੇ ਕਹਿੰਦੇ ਨੂੰ ਪਿਛਲੀ ਖੁਰਲੀ ਤੇ ਬੰਨੋ ਤੇ ਕੁੰਡੀਆਂ ਤੇ ਧੂੜੀ ਪਾ ਦਿਆ ਕਰੋ। ਇਸ ਤੇ ਹੀ ਹੁੰਦਾ ਰਿਹਾ। ਭਗਤ ਜੀ ਕਹਿੰਦੇ ਆ ਮੱਝ ਤੇ ਗਾਂ ਦਹੀਂ ਇਕੱਲੇ ਪੱਠੇ ਨਾ ਪਾਉਂਦਾ ਰਾਂ, ਦੁੱਧ ਵੀ 4 ਸਿਰ ਦਾ ਹੈ। ਗਊ ਭੈਂਸ ਮੰਗੂ ਲਵੇਰੀ। ਅਗਲਾ ਸ਼ਬਦ ਇੱਕ ਤਾਜਨ ਤੁਰੀ ਚੰਗੇਰੀ। ਤੁਰੀ ਦਾ ਅਰਥ ਘੋੜੀ, ਆਮ ਘੋੜੀ ਨਹੀਂ, ਅਰਬੀ ਘੋੜੀ ਚਾਹੀਦੀ ਹੈ। ਤਾਜਨ ਤੁਰੀ ਚੰਗੇਰੀ। ਅੱਗੇ ਕਹਿੰਦੇ ਘਰ ਕੀ ਗੇਹਨ। ਇਹਦਾ ਮੈਂ ਫਿਰ ਉੱਥੇ ਪੁੱਛਿਆ ਜੀ ਭਗਤ ਜੀ ਦਾ ਪਰਿਵਾਰ ਹੈ ਕਿਤੇ, ਪਰ ਉੱਥੇ ਕਿਤੇ ਨਹੀਂ ਮਿਲਦਾ। ਤੇ ਪਰ ਮੇਰੇ ਮਨ 'ਚ ਹੈ ਵੀ ਉਹਨਾਂ ਤੇ ਮੰਗਿਆ ਹੈ ਵਿਆਹ ਲਈ ਵੀ ਘਰ ਕੀ ਗੇਹਨ ਚੰਗੀ ਜਨ ਧੰਨਾ ਲੇਵੈ ਮੰਗੀ। ਜੀਵਨ ਸਾਥਨ ਉਹ ਦਈ ਕਿ ਘਰ ਕਲੇਸ਼ ਹੀ ਨਾ ਪੈਂਦਾ ਰਹੇ, ਦੋਵੇਂ ਰਲ ਕੇ ਤੇਰੀ ਭਗਤੀ ਵੀ ਕਰ ਸਕੀਏ। ਇਹ ਸ਼ਬਦ ਆਪਾਂ ਸਾਰੇ ਪੜ੍ਹਨੇ ਆ, ਅਰਥ ਸਭ ਨੇ ਕੀਤੇ ਆ। ਮੈਂ ਫਿਰ ਬੇਨਤੀ ਕਰਾਂਗਾ ਕਿ ਉਹ ਰਾਜਾ ਤੇ ਰਾਣੀ ਸਕਾਮ ਨੇ ਜੀ। ਸ਼ਿਵਦੱਤ ਤੇ ਭੀਖਣ ਸ਼ਾਹ ਦੀ ਮੰਗ ਸਪਿਰਿਚੁਅਲ ਹੈ, ਕਿਉਂਕਿ ਉਹ ਵੇਖਣਾ ਚਾਹੁੰਦਾ ਵੀ ਸਭ ਦਾ ਹੈ, ਰੂਹਾਨੀ ਗੱਲ ਹੈ। ਤੇ ਉਹ ਵੇਖਣਾ ਚਾਹੁੰਦਾ ਜਿਹਨੂੰ ਮੈਂ ਪੂਜਣਾ, ਤੇ ਰਾਣੀ ਦੇ ਤੇ ਰਾਜੇ ਦੀ ਮੰਗ ਰੂਹਾਨੀ ਨਹੀਂ, ਉਹਨਾਂ ਦੀ ਤਾਂ ਦੁਨਿਆਵੀ ਹੈ ਨਾ। ਉਹ ਰੋਜ਼ ਧਿਆਨ 'ਚ ਬਹਿੰਦੀ। ਗੁਰਮੁਖੋ ਯਾਦ ਰੱਖਿਓ, ਜਦੋਂ ਧਿਆਨ 'ਚ ਸ਼ਬਦ 'ਚ ਅੰਦਰ ਟਿਕਣ ਲੱਗ ਪਓ ਉਦੋਂ ਮੰਗਾਂ ਵੀ ਚੇਂਜ ਹੋ ਜਾਂਦੀਆਂ, ਮੰਗ ਬਦਲ ਜਾਂਦੀ ਹੈ। ਰੋਜ਼ ਬਹਿੰਦੀ ਹੈ ਇਹੀ ਪ੍ਰਤੀ ਕਿ ਬਾਲਾ ਪ੍ਰੀਤਮ ਘਰ ਆਓ, ਪੁੱਤਰ ਮੰਗਾਂਗੀ, ਪੁੱਤਰ ਮੰਗਾ। ਇੱਕ ਦਿਨ ਧਿਆਨ ਇੰਨਾ ਪਰਪੱਕ ਹੋ ਗਿਆ, ਇਹ ਫੁਰਨਾ ਉੱਠਿਆ ਕਿ ਪੁੱਤਰ ਧੀ ਸੰਤਾਨ ਇਹ ਵੀ ਤਾਂ ਦ੍ਰਿਸ਼ਟਮਾਨ ਦੀ ਖੇਡ ਹੈ। ਮੈਨੂੰ ਇਹ ਨਹੀਂ ਚਾਹੀਦਾ ਜੇ ਤੂੰ ਹੀ ਘਰ ਆ ਜਾਏ ਤੇ ਸਭ ਕੁਝ ਆ ਜਾਏਗਾ। ਭਾਵਨਾ ਕਿੱਥੇ ਟੇਕੀ। ਇਤਿਹਾਸ ਕਹਿੰਦਾ ਮਹਾਰਾਜ ਨੇ ਖੂੰਡੀ ਮਾਰੀ ਖਿੱਦੂ ਨੂੰ। ਖਿੱਦੂ ਪਤਾ ਹੀ ਹੈ ਨਾ ਆਪਾਂ ਨੂੰ, ਤਾਂ ਉਹ ਖਿੱਦੂ ਗੇਂਦ ਕਹਿ ਲਓ ਜੀ, ਅੰਦਰ ਡਿੱਗਾ। ਤੇ ਰਾਣੀ ਅੱਜ ਵੀ ਉਹ ਜਿਹੜੇ ਦਰਸ਼ਨ ਕੀਤੇ ਅਜੇ ਉਹ ਥੰਮ ਹੈ ਜਿਹਦੇ ਨਾਲ ਬੈਠੀ ਸੀ, ਉਹ ਢਾਇਆ ਨਹੀਂ, ਉਹ ਥੰਮ ਨਾਲ ਬੈਠੀ ਸੀ ਅਡੋਲ। ਤੇ ਗੁਰੂ ਗੋਬਿੰਦ ਰਾਏ ਨੇ ਖੂੰਡੀ ਸੱਟ ਦਿੱਤੀ ਤੇ ਰਾਣੀ ਦੀ ਜਾ ਕੇ ਗਲਵਕੜੀ 'ਚ ਗੋਦ 'ਚ ਪੈ ਗਿਆ ਅੱਗੋਂ। ਉੱਥੇ ਉਹਨਾਂ ਨੇ ਪੇਂਟ ਵੀ ਬਹੁਤ ਸੋਹਣੀ ਕੀਤੀ। ਮਹਾਰਾਜ ਉਹਨੂੰ ਗਲਵਕੜੀ ਪਾ ਲਈ ਤੇ ਉਹਦੇ ਮੁੱਖ ਕਲ ਮੂੰਹ ਜੋੜ ਕੇ ਪਹਿਲਾ ਸ਼ਬਦ ਕਿਹਾ ਮਾਂ। ਮਾਂ ਸ਼ਬਦ ਕੀ ਕਿਹਾ, ਪੂਰਾ ਬ੍ਰਹਮੰਡ ਹੀ ਗੂੰਜ ਉੱਠਿਆ ਮਾਂ। ਇਹ ਗੁਰੂ ਗੋਬਿੰਦ ਸਿੰਘ ਕਹਿ ਰਹੇ ਨੇ ਮਾਂ। ਜਦੋਂ ਉਹਨੇ ਨੇਤਰ ਖੋਲੇ ਵੇਖਿਆ ਤੇ ਬਾਲਾ ਪ੍ਰੀਤਮ ਉਹਦੀ ਗੋਦ 'ਚ ਬੈਠੇ ਹੋਏ ਸਨ। ਫਿਰ ਸੁਰਤ ਥੱਲੇ ਡਿੱਗੀ ਦੁਨਿਆਵੀ, ਚਰਨ ਪਕੜਨ ਲੱਗੀ। ਹਜ਼ੂਰ ਨੇ ਹੱਥ ਪਕੜ ਕੇ ਨਿੱਕੇ ਨਿੱਕੇ ਹੱਥਾਂ ਨਾਲ ਕਿਹਾ ਮਾਂ। ਮਾਵਾਂ ਸਿਰ ਤੇ ਹੱਥ ਰੱਖਦੀਆਂ ਨੇ, ਮਾਵਾਂ ਪੈਰਾਂ ਨੂੰ ਹੱਥ ਨਹੀਂ ਲਾਉਂਦੀਆਂ। ਉਹਦਾ ਅਗਲਾ ਸਵਾਲ ਉਹਨੇ ਨਹੀਂ ਕੀਤਾ। ਇਤਿਹਾਸ ਕਹਿੰਦਾ ਗੋਲੀ ਨੇ ਦਾਸੀ ਕੋਲ ਖਲੋਤੀ ਸੀ, ਉਹਨੇ ਕਿਹਾ ਬਾਲਾ ਪ੍ਰੀਤਮ ਜੀ ਤੁਸੀਂ ਆਏ ਹੋ ਨਾ, ਰਾਣੀ ਦੀ ਗੋਦ ਨੂੰ ਭਾਗ ਲੱਗ ਜਾਏ, ਪੁੱਤਰ ਦੀ ਦਾਤ ਚਾਹੀਦੀ ਏ। ਨਿੱਕੇ ਨਿੱਕੇ ਹੱਥਾਂ ਨਾਲ ਰਾਣੀ ਦਾ ਮੂੰਹ ਪਕੜ ਲਿਆ, ਅੱਖਾਂ ਉਹਦੀਆਂ 'ਚ ਪਾਣੀ ਸੀ ਰਾਣੀ ਦੇ, ਹੱਥਾਂ ਨਾਲ ਪੂੰਝ ਕੇ ਕਹਿੰਦੇ ਨੇ ਮਾਂ ਪੁੱਤਰ ਚਾਹੀਦਾ, ਤੂੰ ਅੱਜ ਤੋਂ ਬਾਅਦ ਮੈਨੂੰ ਆਪਣਾ ਪੁੱਤਰ ਹੀ ਜਾਣ, ਤੂੰ ਮੇਰੀ ਮਾਂ। ਯਾਦ ਰੱਖੋ ਇਹ ਛੋਟੀ ਜਿਹੀ ਗੱਲ ਨਹੀਂ, ਇਹ ਦੁਨਿਆਵੀ ਸ਼ਬਦ ਨਹੀਂ। ਕੈਸਾ ਰਿਸ਼ਤਾ, ਤੂੰ ਮੇਰੀ ਮਾਂ ਮੈਂ ਪੁੱਤਰ। ਰਾਣੀ ਨੇ ਖੌਕਾ ਲਿਆ ਕਿ ਮੈਂ ਦੁਨਿਆਵੀ ਪੁੱਤਰ ਮੰਗਦੀ ਸਾਂ, ਤਰਲੋਕੀ ਦਾ ਮਾਲਕ ਮੇਰੀ ਗੋਦ 'ਚ ਬੈਠਾ। ਅਗਲੀ ਗੱਲ
ਗੋਲੀ ਨੇ ਸਵਾਲ ਫਿਰ ਫੇਰ ਦਿੱਤਾ, ਕਹਿੰਦੀ ਬਾਲਾ ਪ੍ਰੀਤਮ ਇਹ ਪੁੱਤਰ ਇੱਕ ਤੇ ਮਾਵਾਂ ਦੋਵੇਂ ਕਿਵੇਂ ਹੋ ਸਕਦਾ? ਮਾਤਾ ਗੁਜਰੀ ਜੀ ਵੀ ਤੇ ਇਹ ਰਾਣੀ ਵੀ। ਅੱਗੋਂ ਹੱਸ ਕੇ ਕਹਿੰਦੇ ਨੇ ਤੈਨੂੰ ਸਮਝ ਕੋਈ ਨਹੀਂ ਨਾ, ਜੇ ਅੱਖਾਂ ਦੋ ਤੇ ਜੋਤ ਇੱਕ ਹੋ ਸਕਦੀ ਹੈ, ਮਾਵਾਂ ਦੋ ਤੇ ਪੁੱਤ ਇੱਕ ਵੀ ਹੋ ਸਕਦਾ ਹੈ। ਦੋ ਅੱਖਾਂ। ਮੈਂ ਆਪ ਨੂੰ ਇੱਕ ਬੇਨਤੀ ਕਰਾਂ, ਜਦੋਂ ਭਾਈ ਸਾਹਿਬ ਪੜ੍ਹ ਰਹੇ ਸਨ, ਸਤਿਗੁਰ ਹੋਏ ਦਇਆਲ ਗੁਰਮੁਖੋ, ਜਿਹੋ ਜਿਹੀ ਭਾਵਨਾ ਲੈ ਕੇ ਜਾ ਕੇ ਉਹ ਕੁਝ ਖੈਰ ਪੈ ਜਾਣੀ ਹੈ। ਸਾਡੀ ਭਾਵਨਾ ਤੇ ਬਹੁਤ ਨਿਰਭਰ ਕਰਦਾ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭਾਵਨਾ ਵਾਲਿਆਂ ਨੇ ਗੁਰੂ ਨੂੰ ਪਰਮੇਸ਼ਰ ਜਾਣ ਕੇ ਪੂਜਿਆ ਹੈ। ਦੇਖੋ ਇੱਕ ਬਚਨ ਹੈ, ਗੁਰੂ ਰਾਮਦਾਸ ਜੀ ਦੀ ਕਥਾ ਚੱਲ ਰਹੀ ਸੀ ਜੀ। ਚਲੋ ਮੈਂ ਆਪਣੇ ਪਰਿਵਾਰ 'ਚ ਬੈਠਾ, ਕਥਾ ਨਹੀਂ, ਮੈਂ ਤੁਹਾਡੇ ਨਾਲ ਗੱਲਾਂ ਹੀ ਕਰ ਰਿਹਾ ਸਮਝੋ। ਉੱਥੇ ਇੱਕ ਚੱਲਾ ਉਦਣ ਮਹਾਰਾਜ ਦਾ ਪੁਰਬ ਸੀ ਭਾਈ ਸਾਹਿਬ, ਤੇ ਗੁਰੂ ਰਾਮਦਾਸ ਦੀ ਸਿਫਤ 'ਚ ਮੈਂ ਬੇਨਤੀਆਂ ਕੁਝ ਕੀਤੀਆਂ, ਤੇ ਉਹ ਫੋਨ ਆ ਗਿਆ ਜੀ। ਚਲੋ ਹਰ ਬੰਦੇ ਦੀ ਇਹਦਾ ਭਾਈ ਸਾਹਿਬ ਬੜੀਆਂ ਆਪ ਜੀ ਕੱਲ ਕਹਿ ਰਹੇ ਸੀ, ਗੁਰੂ ਰਾਮਦਾਸ ਇਸ ਤਰ੍ਹਾਂ ਹਰਿਮੰਦਰ ਸਾਹਿਬ ਇਸ ਤਰ੍ਹਾਂ ਸਰੋਵਰ ਇਸ ਤਰ੍ਹਾਂ, ਕਹਿੰਦੇ ਇੱਥੇ ਬੈਠੇ ਜਿਹੜੇ ਨੇ ਉਹਨਾਂ ਦਾ ਤੇ ਜੀਵਨ ਪਲਟਿਆ ਨਹੀਂ। ਸਵਾਲ ਵੀ ਉਹਦਾ ਠੀਕ ਸੀ। ਮੈਂ ਫਿਰ ਸਵੇਰੇ ਜਦੋਂ ਮਹਾਰਾਜ ਦੀ ਬੀੜ ਨਾਲ ਗਏ, ਤੇ ਜਦੋਂ ਭਾਈ ਸਾਹਿਬ ਨੇ ਸ਼ਬਦ ਸ਼ੁਰੂ ਕੀਤਾ ਨਾ, ਜਿੰਨੀ ਤੂੰ ਸੇਵਿਆ ਭਾਓ ਕਰ, ਮੈਨੂੰ ਉੱਤਰ ਮਿਲ ਗਿਆ ਉੱਥੋਂ। ਹੁਣ ਦੇਖੋ ਤੇ ਸ਼ਬਦ ਹੈ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਜਿੰਨੇ ਪੈਦਾ ਕੀਤਾ ਉਹਨੇ ਤੈਨੂੰ ਸਵਾਰ ਦਿੱਤਾ। ਸਿੱਖੀ ਅਤੇ ਸੰਗਤੀ, ਇਹ ਦੋ ਸ਼ਬਦ ਨੇ, ਯਾਦ ਰੱਖਿਓ। ਇਹ ਇੱਕ ਭਾਈ ਗੁਰਦਾਸ ਦੂਜੇ ਨੇ ਕਿਹਾ ਗੁਰ ਸੰਗਤ ਕੀਨੀ ਖਾਲਸਾ। ਇਹ ਸਿੱਖੀ ਤੇ ਸੰਗਤੀ ਕੀ ਸੀ? ਇੱਕ ਉਹ ਸੀ ਮਸੰਦਾਂ ਵੇਲੇ ਦਾ ਸਿਸਟਮ ਹੈ ਜੀ। ਇੱਕ ਉਹ ਸਨ ਜਿਨ੍ਹਾਂ ਦਾ ਸੰਬੰਧ ਸਿੱਧਾ ਗੁਰੂ ਨਾਲ ਹੁੰਦਾ ਸੀ। ਇੱਕ ਮਸੰਦਾਂ ਦੀ ਸੰਗਤ ਬਣ ਕੇ ਆਉਂਦੀ ਹੁੰਦੀ ਸੀ। ਉਹ ਮਸੰਦ ਅੱਗੇ ਜਾ ਕੇ ਕਹਿੰਦਾ ਹੁੰਦਾ ਸੀ। ਤੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਦਿੱਤਾ, ਉਹਨੇ ਸੰਗਤ ਨੂੰ ਖਾਲਸਾ ਬਣਾ ਦਿੱਤਾ, ਮਸੰਦ ਵਿੱਚੋਂ ਕੱਢ ਦਿੱਤਾ। ਤੁਹਾਡਾ ਸੰਬੰਧ ਸਿੱਧਾ ਮੇਰੇ ਨਾਲ ਹੈ। ਖਾਲਸਾ ਉਹ ਜ਼ਮੀਨ ਹੈ ਜਿਹਦਾ ਸੰਬੰਧ ਫੈਡਰਲ ਨਾਲ ਹੁੰਦਾ ਹੈ, ਸਟੇਟ ਨਾਲ ਨਹੀਂ। ਸਟੇਟ ਉਹਦੇ ਦਖਲ ਨਹੀਂ ਦੇ ਸਕਦੀ। ਇੱਕ ਖਾਲਸਾ ਦਾ ਅਰਥ ਪਿਓਰ ਸ਼ੁੱਧ। ਵੈਸੇ ਖਾਲਸਾ ਦਾ ਲਫ਼ਜ਼ੀ ਅਰਥ ਹੈ ਕਿ ਜਿਹਦਾ ਸੰਬੰਧ ਸਿੱਧਾ ਰਾਜੇ ਨਾਲ ਹੁੰਦਾ, ਮੰਤਰੀਆਂ ਸੰਤਰੀਆਂ ਨਾਲ ਨਹੀਂ। ਗੁਰੂ ਨੇ ਸੰਗਤ ਨੂੰ ਖਾਲਸਾ ਬਣਾ ਦਿੱਤਾ। ਮੇਰਾ ਸੰਬੰਧ ਤੁਹਾਡਾ ਸਿੱਧਾ ਹੈ, ਹੁਣ ਵਿਚੇਲੇ ਵਿੱਚੋਂ ਕੱਢ ਦਿੱਤੇ। ਮੈਂ ਬੇਨਤੀ ਕਰਾਂ ਜੀ, ਹੁਣ ਉੱਥੇ ਬਚਨ ਹੈ, ਜਿਨ ਇਸ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ, ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ। ਉਹ ਵਾਹਿਗੁਰੂ ਏਡੀ ਵੱਡੀ ਭਾਵਨਾ ਬਣੂਗੀ ਸਾਡੀ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪ੍ਰਤੱਖ ਦੇ ਪਾਰ ਬ੍ਰਹਮ ਸੁਆਮੀ, ਆਦ ਰੂਪ ਪੋਖਣ ਭਰਨੰਗ, ਵਾਹ ਵਾਹ ਬਾਣੀ ਨਿਰੰਕਾਰ ਹੈ। ਏਡੀ ਵੱਡੀ ਭਾਵਨਾ ਬਣ ਜਾਏਗੀ, ਬਾਣੀ ਨਿਰੰਕਾਰ ਹੈ। ਇਹ ਸਾਰੇ ਭਾਵਨਾ ਨੇ। ਮਹਾਰਾਜ ਕਹਿ ਰਹੇ ਨੇ ਕਿ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਿਆ ਭਾਉ ਕਰ। ਤੇਰੀ ਭਾਵਨਾ ਕਿਸ ਤਰ੍ਹਾਂ ਦੀ ਚੇਤੇ ਕਰਨ ਦੀ। ਮੈਂ ਫਿਰ ਬੇਨਤੀ ਕਰਾਂਗਾ, ਆਪਣੀ ਪਹਿਲੀ ਗੱਲ ਤੇ ਭਾਵਨਾ ਲਈ ਅਰਦਾਸ ਕਰੀਏ, ਸਤਿਗੁਰੂ ਜੀ ਸਾਨੂੰ ਭਗਤੀ ਵਾਲੀ ਭਾਵਨਾ ਬਖਸ਼ੋ। ਫਿਰ ਅਰਜ਼ ਕਰਾਂਗਾ, ਬਾਅਦ ਜਾਈਏ, ਪਹਿਲਾਂ ਭਾਵਨਾ ਮੰਗੀਏ, ਸਤਿਗੁਰੂ ਸਾਨੂੰ ਭਾਵਨਾ ਦਿਓ। ਸਾਡੇ ਅੰਦਰ ਤੁਹਾਡੇ ਪ੍ਰਤੀ ਕੋਈ ਤਰਕ ਨਾ ਪੈਦਾ ਹੋਵੇ। ਮੈਂ ਫਿਰ ਬੇਨਤੀ ਕਰਾਂ, ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਮਹਾਰਾਜ ਕਹਿੰਦੇ ਨੇ ਭਾਵਨਾ ਜਿਹਦੀ ਹੋਵੇ ਉਹਦੀ ਹਰ ਸ਼ਰਧਾ ਪੂਰੀ ਹੁੰਦੀ ਹੈ। ਅੱਜ ਗਿੱਲ ਪਰਿਵਾਰ ਨੂੰ ਮਾਲਕ ਨੇ ਘਰ ਦਿੱਤਾ, ਤੇ ਘਰ 'ਚ ਵਸਣ ਵਾਲਾ ਵੀ ਦਿੱਤਾ, ਸੰਤਾਨ ਵੀ ਦਿੱਤੀ। ਦੋ ਗੱਲਾਂ, ਇੱਕ ਹੁੰਦਾ ਮਕਾਨ, ਇੱਕ ਹੁੰਦਾ ਘਰ, ਇੱਕ ਹੁੰਦੀ ਦੁਕਾਨ। ਉਂਝ ਕਈ ਵਾਰੀ ਆਪਾਂ ਕਹਿੰਦੇ ਹਾਂ ਆ ਫਲਾਣਾ ਮਕਾਨ ਬਣਾਇਆ ਹੈ, ਮੁਕਾਮ ਟਿਕਾਣਾ। ਪਿਆਰਿਓ, ਘਰ ਉਹ ਹੁੰਦਾ ਜਿਹਦੇ 'ਚ ਕੋਈ ਰਹਿੰਦਾ ਹੈ। ਉਂਝ ਗੁਰਬਾਣੀ ਵਿੱਚ ਘਰ ਦੇ ਬਹੁਤ ਅਰਥ ਨੇ, ਬਹੁਤ ਅਰਥ ਨੇ। ਪਰ ਮੈਂ ਬੇਨਤੀ ਕਰਾਂਗਾ ਕਿ ਘਰ ਤੇ ਘਰ 'ਚ ਵਸਣ ਵਾਲਾ ਜੀਵ, ਦੋਵੇਂ ਦਾਤਾਂ ਦੇਤੀਆਂ। ਹੁਣ ਇਸ ਤੋਂ ਅਗਲੇ ਘਰ 'ਚ ਆਪਾਂ ਤੁਰਨਾ ਹੈ। ਫਿਰ ਅਰਜ਼ ਹੈ, ਆਹ ਘਰ ਬੜਾ ਸੋਹਣਾ ਬਣਿਆ, ਬਹੁਤ ਵਧੀਆ ਬਣਿਆ। ਉਂਝ ਮੈਂ ਫਿਰ ਆਪ ਨੂੰ ਬੇਨਤੀ ਕਰਾਂ, ਘਰ ਭਾਵੇਂ ਪੱਥਰ ਦਾ ਹੋਵੇ, ਭਾਵੇਂ ਮਿੱਟੀ ਦਾ ਹੋਵੇ, ਭਾਵੇਂ ਮਾਰਬਲ ਦਾ ਹੋਵੇ, ਤੇ ਭਾਵੇਂ ਸੋਨੇ ਦਾ ਹੋਵੇ, ਗੁਰੂ ਲਈ ਕੋਈ ਅਹਿਮੀਅਤ ਨਹੀਂ। ਗੁਰੂ ਲਈ ਸਿਰਫ ਇੰਨੀ ਅਹਿਮੀਅਤ ਹੈ, ਘਰ ਦੇ ਵਿੱਚ ਕਰਮ ਕੀ ਹੋ ਰਿਹਾ ਹੈ।
ਫਿਰ ਬੇਨਤੀ, ਜੇ ਘਰ ਕੱਖਾਂ ਦੀ ਕੁੱਲੀ ਹੈ ਤੇ ਸਿਮਰਨ ਹੋ ਰਿਹਾ, ਉੱਥੇ ਰਾਜੇ ਰਹਿੰਦੇ ਆ। ਜੇ ਘਰ ਸੋਨੇ ਦਾ ਬਣਿਆ ਤੇ ਹਰ ਤਰ੍ਹਾਂ ਦਾ ਨਸ਼ਾ ਚੱਲਦਾ, ਸਭ ਵਿਕਾਰ ਭੋਗੇ ਜਾਂਦੇ ਆ, ਗੁਰੂ ਕਹਿੰਦਾ ਨਹੀਂ, ਗੰਦਗੀ ਦਾ ਕੀੜਾ ਹੀ ਹੈ। ਦੋਨੋਂ ਸ਼ਬਦ ਸੁਣਿਓ, ਇੱਕ ਹੈ ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁਖ ਮਾਣਦਾ ਕਿਛ ਨਾਏ ਵਿਸੂਰੇ, ਸੋ ਪ੍ਰਭ ਚੇਤਨਾ ਆਵਈ ਜੇ ਘਰ ਚ ਨਹੀਂ ਤਾਂ। ਹੁਣ ਤੁਸੀਂ ਦੇਖੋ ਪਾਠ ਕੀਤਾ, ਗੁਰੂ ਚੇਤੇ ਆਇਆ, ਇਹ ਉਹਦੀ ਬਖਸ਼ਿਸ਼ ਹੈ। ਸੋ ਪ੍ਰਭ ਚੇਤਨਾ ਆਵਈ ਬਿਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਧੀਰੇ। ਪਰ ਦੂਜੇ ਪਾਸੇ ਵੀ ਕਹਿ ਦਿੱਤਾ, ਮੋਤੀ ਤਾਂ ਮੰਦਰ ਉਸਰੈ। ਏਡਾ ਵੱਡਾ ਘਰ ਕਿਸੇ ਦਾ ਹੈ ਜੀ? ਹੈ ਸਨ ਰਾਜਿਆਂ ਮਹਾਰਾਜਿਆਂ ਦੇ। ਮੋਤੀਆਂ ਦਾ ਘਰ ਬਣਿਆ ਹੋਵੇ ਪਿਆਰਿਓ, ਆ ਲੱਕੜ ਦਾ ਨਹੀਂ, ਮੈਟਲ ਦਾ ਨਹੀਂ, ਉਹਦੇ ਵਿੱਚ ਰਤਨ ਜੜੇ ਹੋਣ, ਆ ਰੰਗ ਰੋਗਨ ਨਹੀਂ, ਉਹਦੇ 'ਚ ਚੰਦਨ ਦਾ ਲੇਪਣ ਹੋਇਆ ਹੋਵੇ। ਗੁਰੂ ਸਾਹਿਬ ਕਹਿੰਦੇ ਬਸ ਇੱਕ ਕੰਮ ਕਰੀ, ਵੜਦਿਆਂ ਸਾਰ ਅਰਦਾਸ ਕਰੀ, ਤੂੰ ਮੇਰੀ ਜ਼ਿੰਦਗੀ 'ਚ ਨਾ ਭੁੱਲੀ, ਨਾ ਵਿਸਰੀ, ਨਾ ਚਿੱਤ ਵਿੱਚੋਂ ਨਿਕਲੀ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ, ਚਾਓ ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨਾ ਆਵੇ ਨਾ। ਤੈਨੂੰ ਭੁੱਲਣਾ, ਇਹ ਤਿੰਨ ਸ਼ਬਦ ਆ ਗਏ ਨੇ ਜੀ, ਭੂਲਾ, ਵਿਸਰੈ, ਚਿੱਤ ਨਾ ਆਵੇ ਨਾ। ਮੈਂ ਇੱਕ ਦਿਨ ਸ਼ਾਇਦ ਫਰੀ ਮੋਡ ਅਰਥ ਕੀਤੇ ਸਨ, ਜਦੋਂ ਬੰਦਾ ਰੱਬ ਤੋਂ ਟੁੱਟਦਾ ਪਹਿਲਾਂ ਭੁੱਲਣਾ ਸ਼ੁਰੂ ਹੁੰਦਾ। ਹਾਂਜੀ, ਦੂਜਾ ਤੇ ਜਦੋਂ ਭੁੱਲ ਜਾਏ ਫਿਰ ਵਿਸਰਨ ਲੱਗ ਪੈਂਦਾ। ਜਦੋਂ ਬਹੁਤ ਸਮਾਂ ਵਿਸਰ ਜਾਏ ਫਿਰ ਛੇਤੀ ਚਿੱਤ 'ਚ ਨਹੀਂ ਆਉਂਦਾ। ਪਹਿਲਾਂ ਬੰਦਾ ਕਹਿੰਦਾ ਨੇਮ ਕਰਦਾ, ਹੁਣ ਭੁੱਲ ਗਿਆ ਜੀ, ਪਾਠ ਚੇਤੇ ਨਹੀਂ ਰਿਹਾ। ਜਦੋਂ ਭੁੱਲਣਾ ਸ਼ੁਰੂ ਹੋ ਜਾਏ ਸਮਝੋ ਟੁੱਟਣ ਲੱਗ ਪਿਆ, ਫਿਰ ਵਿਸਰ ਜਾਂਦਾ ਹੈ। ਫਿਰ ਕਹਿੰਦਾ ਮੈਂ ਕਰਦਾ ਹੁੰਦਾ ਸੀ ਕਦੀ, ਫਿਰ ਇੰਨਾ ਕੁ ਅੱਗੇ ਨਿਕਲ ਜਾਂਦਾ ਹੈ ਕਿ ਚਿੱਤ ਕੀਤਿਆਂ ਵੀ ਚਿੱਤ ਵਿੱਚ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਨਾ ਭੁੱਲੇ ਨਾ ਵਿਸਰੇ, ਜਿਹਨੇ ਦਾਤ ਦਿੱਤੀ ਹੈ ਘਰ ਦੀ, ਉਹਦਾ ਸ਼ੁਕਰਾਨਾ। ਅਗਲਾ ਗੁਰਮੁਖੋ, ਅਸੀਂ ਸਾਰੇ ਆਏ, ਇਹ ਪਹਿਲਾਂ ਪਹਾੜੀ ਸੀ ਜੀ, ਹਾਂਜੀ ਉੱਚਾ ਥਾਂ ਹੀ ਹੈ ਨਾ। ਕਿੰਨੇ ਬੰਦੇ ਆਏ ਹੋਣਗੇ ਜਿੱਦਣ ਦਾ ਘਰ ਬਣਿਆ? ਇੰਜੀਨੀਅਰ ਆਏ, ਗੌਰਮੈਂਟ ਵਾਲੇ ਆਏ, ਤੁਸੀਂ ਕਿੰਨੀ ਵਾਰੀ ਆਏ, ਪਰ ਕਿਸੇ ਨੇ ਇੱਥੇ ਮੱਥਾ ਥੋੜ੍ਹਾ ਟੇਕਿਆ ਸੀ, ਜੁੱਤੀਆਂ ਪਾ ਕੇ ਆਏ ਨਾ। ਜਿੰਨੇ ਆਏ ਸਾਰਿਆਂ ਦੇਖਿਆ। ਅੱਜ ਜਿੰਨੇ ਆਏ ਆ, ਆਉਂਦਿਆਂ ਸਾਰੇ ਇੱਥੇ ਹੱਥ ਕਿਉਂ ਜੋੜਨ ਲੱਗ ਪਏ? ਜ਼ਮੀਨ ਤਾਂ ਉਹੀ ਹੈ ਜੀ, ਜਿੱਦਣ ਦੀ ਇਹ ਪਲੈਨਟ ਬਣਿਆ, ਧਰਤੀ ਉਦਣ ਦੀ ਬਣੀ, ਪਰ ਅੱਜ ਕਿਉਂ ਮੱਥੇ ਟਿਕੇ? ਨਹੀਂ ਭਾਈ, ਅੱਜ ਇਸ ਬਾਹਰ ਦੀ ਧਰਤੀ ਤੇ ਗੁਰੂ ਆ ਕੇ ਬਹਿ ਗਿਆ, ਸਤਿਗੁਰੂ ਦਾ ਵਜੂਦ ਆ ਗਿਆ ਕਹਿ ਲਾਂ। ਜਿੱਥੇ ਗੁਰੂ ਆ ਕੇ ਬਹਿ ਜਾਏ, ਉਸ ਧਰਤੀ ਤੇ ਬਿਨਾਂ ਪੁੱਛਿਆਂ ਸਿਰ ਝੁਕ ਜਾਂਦਾ ਹੈ। ਜਿਸ ਸਰੀਰ ਵਿੱਚ ਆ ਕੇ ਗੁਰੂ ਪੈ ਜਾਏ, ਬਿਨਾਂ ਪੁੱਛਿਆਂ ਲੋਕ ਉਹਦੇ ਚਰਨਾਂ ਦੀ ਧੂੜ ਮੱਥੇ ਤੇ ਲਾਉਂਦੇ ਆ। ਇਸ ਤੋਂ ਅੱਗੇ ਅੰਦਰ ਦਾ ਘਰ ਹੈ, ਉਹ ਘਰ ਜਿੱਥੇ ਸ਼ਬਦ ਦਾ ਵਾਸ ਹੋ ਜਾਏ। ਜਿੱਥੇ ਸ਼ਬਦ ਦਾ ਵਾਸ ਹੋ ਜਾਏ, ਉਸ ਘਰ ਵਿੱਚੋਂ ਕਦੀ ਕੋਈ ਨਿਕਲਦਾ ਨਹੀਂ ਹੁੰਦਾ। ਫਿਰ ਘਰ 'ਚ ਬਹਿ ਜਾਵਾਂਗੇ ਤੇ ਨਿੱਜ ਘਰ ਚਲੇ ਜਾਵਾਂਗੇ। ਫਿਰ ਮੈਂ ਬੇਨਤੀ ਕੀਤੀ, ਇੱਕ ਘਰ ਹੈ ਆ, ਦੂਜਾ ਹੈ ਥਿਰ ਕਰ ਬੈਸੋ, ਥਿਰ ਕਰ ਟਿਕਾਚ, ਅੰਦਰ ਦੇ ਘਰ ਥਿਰ ਕਰ ਬੈਸੋ। ਅਰਜਨ ਪਿਆਰੇ ਸੁਖ ਆਪ ਜੀ ਸੋਹਲਾ ਸਾਹਿਬ 'ਚ ਇੱਕ ਬਚਨ ਪੜ੍ਹਦੇ ਹੋ, ਨਿੱਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨਾ ਹੋਏਗੋ। ਫਿਰ ਇਹ ਦੋ ਸ਼ਬਦ ਨੇ, ਇੱਕ ਨਿੱਜ ਘਰ, ਇੱਕ ਮਹਿਲ। ਮਹਿਲ ਬੜਾ ਵੱਡਾ ਹੁੰਦਾ ਹੈ, ਘਰ ਛੋਟਾ ਹੁੰਦਾ ਹੈ। ਇਹ ਬਹੁਤ ਸਤਿਗੁਰਾਂ ਨੇ ਰਮਜ ਪਾਈ, ਨਿੱਜ ਘਰ ਮਹਿਲ ਪਾਵੋ। ਫਿਰ ਬੇਨਤੀ, ਨਿੱਜ ਘਰ 'ਚ ਜਾਓਗੇ ਤੇ ਮਹਿਲ ਮਿਲੇਗਾ। ਨਿੱਜ ਘਰ ਦਾ ਮਤਲਬ ਅੰਤਰ ਆਤਮੇ ਇਬਾਦਤ ਵੱਲ ਝੁਕੋਗੇ ਤੇ ਮਹਿਲ ਪਰਮਾਤਮਾ ਮਿਲੇਗਾ। ਜਿਹੜਾ ਮਹਿਲ ਵਿੱਚ ਚਲਾ ਜਾ, ਉਹਨੂੰ ਦੁਬਾਰਾ ਫੇਰਾ ਨਹੀਂ ਪਾਉਣਾ ਪੈਂਦਾ। ਫਿਰ ਵੀ ਮੈਂ ਘਰ ਹੀ ਮਹਿਲ ਵੱਲ ਜਾ, ਨਿੱਜ ਘਰ ਆਪਣੇ ਘਰ ਚਲੇ ਗਏ, ਮਹਿਲ ਪਾਵੋ, ਆਪਣੇ ਮਹਿਲ ਪਰਮਾਤਮਾ ਵੱਲ ਚਲੇ ਗਏ। ਮਹਾਰਾਜ ਕਹਿੰਦੇ ਬੌਰ ਨਾ ਹੋਏਗੋ ਫੇਰਾ। ਸੱਚੀ ਜੀ, ਠੀਕ ਅਸੀਂ ਕਹਿੰਦੇ ਹਾਂ, ਉਂਝ ਗੁਰੂ ਸਿੱਖ ਦੇ ਘਰ 'ਚ ਹੀ ਰਹਿੰਦਾ ਹੈ। ਜਦੋਂ ਆਪ ਸ਼ਬਦ ਜਪਦੇ ਹੋ, ਬਾਣੀ ਪੜ੍ਹਦੇ ਹੋ, ਨਾਮ ਜਪਦੇ ਹੋ, ਰੋਜ਼ ਬੰਦਗੀ ਕਰਦੇ ਹੋ, ਗੁਰੂ ਘਰ ਦੇ ਵਿੱਚ ਹੀ ਰਹਿੰਦਾ। ਗੁਰੂ ਕਦੀ ਨਹੀਂ ਜਾਂਦਾ। ਉਸ ਘਰ 'ਚ ਜਦੋਂ ਗੁਰੂ ਆ ਜਾਏ, ਫਿਰ ਬਾਹਰ ਕੁਛ ਨਹੀਂ ਵਿਆਪਦਾ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਪਰ ਸ਼ਰਤ ਨਿਜ ਘਰ। ਘਰ ਸੁਖ ਵਸਿਆ, ਬਾਹਰ ਸੁਖ ਪਾਇਆ, ਕਉ ਨਾਨਕ ਗੁਰ ਮੰਤਰ ਜੜਾਇਆ।